तिहाड़ जेल विचों जमानत ते रिहा होने तो बाद अज दीप सिद्धू सचखंड श्री दरबार साहिब श्री अमृतसर साहिब विखे नतमस्तक होने वास्ते पुजे। उत्थे गुरु रामदास साहिब जी दे चरनां विच उन्हां मत्था टेकिया अते नाल ही किसानी मोर्चे दी जिੱਤ वास्ते अरदास बेनती भी कीती। इसे मौके पत्रकारां दे नाल गलबात करते हुए दीप सिद्धू ने दस्सिया कि मैं अक्सर ही सुनिया करदा सी कि शहीद ਸਿੰਘਾਂ ਦਾ ਪਹਿਰਾ लगदा हुंदा है, पर जेल दे विच मैं प्रत्यक्ष तौर ते देख भी लिया कि शहीद ਸਿੰਘਾਂ ਦਾ ਪਹਿਰਾ लगदा है। ਕੀ ਲੱਗਦਾ ਤੁਹਾਨੂੰ ਕਿ ਕੇਸਰੀ ਨਿਸ਼ਾਨ ਸਾਹਿਬ ਚੜਾਉਣਾ ਇੱਕ ਬਹੁਤ ਵੱਡਾ ਗੁਨਾਹ ਸੀਗਾ? ਤੁਹਾਨੂੰ ਲੱਗਦਾ ਕਿ नहीं कोई गुनाह नहीं है भाई। पता क्यों, मैं थोड़ा दसा जी किसान एजिटेशन या अपना अंदोलन आ मोर्चा वो निशान साहब दे हेठां किसानी झंडे दे हेठां ते तिरंगे दे हेठां लड़िया जा रहा। वो तिन्ने झंडे उत्थे मौजूद सी, तिन्ने झंडे साडे तंबूआं ते लगे आ, तिन्ने झंडे उत्थे भी मौजूद आ, पर उहनूं किवें प्रेजेंट किया गया है ना। ਆਪਾਂ ਹਮੇਸ਼ਾ ਕਹਿੰਦੇ ਰਹੇ ਪੀਸਫੁਲ ਰਹੋ, ਪੀਸਫੁਲ ਪ੍ਰੋਟੈਸਟ ਆ, ਜਾਬਤੇ 'ਚ ਰਹੋ, ਆਪਾਂ ਹਿੰਸਾ ਕਦੇ ਭੜਕਾਈ ਨਹੀਂ। ਮੇਰੇ ਤਾਂ ਲਾਲ ਕਿਲੇ ਦੇ ਅੰਦਰ ਬੋਲ ਸੀ ਵੀ ਅਸੀਂ ਹਿੰਸਕ ਨਹੀਂ ਆ, ਹਿੰਸਾ ਸਾਡੇ ਮਨਾਂ 'ਚ ਹੋ ਹੀ ਨਹੀਂ ਸਕਦੀ। ਪਰ ਤੁਹਾਨੂੰ ਪਤਾ ਇੱਕ ਬੰਦੇ ਨੂੰ ਟਾਰਗੇਟ ਕਰਨਾ ਹੁੰਦਾ, ਉਹਨੂੰ ਸਕੇਪਗੋਟ ਬਣਾਉਣਾ ਹੁੰਦਾ, ਉਹਨੂੰ ਕਿਵੇਂ ਪ੍ਰੈਜ਼ੈਂਟ ਕੀਤਾ ਉਹਨਾਂ ਨੇ। ਸੋ ਉਹ ਗੱਲ ਬੜੀ ਮਾੜੀ ਸੀ। ਲੇਕਿਨ ਦੀਪ ਜੀ, ਜਿਸ ਤਰ੍ਹਾਂ ਤੁਹਾਡੀ ਰਿਹਾਈ ਹੋਈ ਆ ਪਹਿਲੇ ਕੇਸ ਤੋਂ, ਉਸ ਤੋਂ ਬਾਅਦ ਨਾਲ ਹੀ ਦੁਬਾਰਾ ਤੋਂ ਅਰੈਸਟ ਕਰ ਲਿੱਤਾ ਗਿਆ, ਕਿਆ ਲੱਗਦਾ ਕੇਂਦਰ ਸਰਕਾਰ ਜਾਣਬੁੱਝ ਕੇ ਤੁਹਾਡੇ ਤੇ ਪ੍ਰੈਸ਼ਰਾਈਜ਼ ਕਰਨਾ ਚਾਹੁੰਦੀ ਸੀਗੀ ਤਾਂ ਜੋ ਕਿ ਤੁਹਾਨੂੰ ਰੋਕ ਲਿੱਤਾ ਜਾਵੇ, ਯੂਥ ਜਿਹੜਾ ਪਿੱਛੇ ਹੁੰਦਾ ਨਜ਼ਰ ਆਵੇ? ਜਿਸ ਤਰ੍ਹਾਂ ਕਿ ਅੱਜ ਵੀ ਵੇਖ ਰਹੇ ਯੂਥ ਤੁਹਾਡੇ ਨਾਲ ਬਹੁਤ ਆ, ਕਿਆ ਲੱਗਦਾ ਇਸੇ ਕਰਕੇ ਟਾਰਗੇਟ ਕੀਤਾ ਗਿਆ ਤੁਹਾਨੂੰ? ਦੇਖੋ, ਟਾਰਗੇਟ ਤਾਂ ਉਹ ਕਰਦੇ ਹੀ ਆ, ਔਰ ਉਹਨਾਂ ਨੇ ਇਹ ਸੁਨੇਹਾ ਵੀ ਦੇਣ ਵਾਸਤੇ ਕੇਸ ਪਾਇਆ ਸੀ ਵੀ ਅਸੀਂ ਕੁਝ ਵੀ ਕਰ ਸਕਦੇ ਹਾਂ, ਸਾਡੇ ਤੇ ਕੋਈ ਰੋਕ ਟੋਕ ਨਹੀਂ ਆ। ਪਰ ਕਿਤੇ ਨਾ ਕਿਤੇ ਉਹ ਪਰਮਾਤਮਾ ਵੀ ਬੈਠਾ ਤੇ ਉਹ ਰੱਬੀ ਰੂਹਾਂ ਦੇ ਵਿੱਚ ਬੈਠਾ ਹੁੰਦਾ ਜਿਹੜਾ ਤੁਹਾਡੇ ਲਈ ਖੜ ਜਾਂਦੀਆਂ। ਤੁਸੀਂ ਤਿੰਨੇ ਕੋਰਟ ਦੇ ਆਰਡਰ ਪੜ੍ਹ ਲਓ। ਇੱਕ ਆਰਡਰ ਦਿੱਤਾ ਸੈਸ਼ਨ ਜੱਜ ਨੇ, ਦੂਜਾ ਦਿੱਤਾ ਗਜਿੰਦਰ ਸਿੰਘ ਨਾਗਰ ਨੇ, ਤੀਜਾ ਦਿੱਤਾ ਇੱਕ ਸਾਹਿਲ ਗੁਪਤਾ ਉਹਨਾਂ ਨੇ। ਜੁਡੀਸ਼ਰੀ ਨੇ ਇੰਨਾ ਫੇਅਰ ਟਰਾਇਲ ਦਿੱਤਾ ਬਾਈ, ਤੇ ਇੰਨੇ ਚੰਗੇ ਜੱਜ ਮਿਲੇ ਆ ਵੀ ਮੈਂ ਉਹੀ ਕਹਿੰਦਾ ਨਾ, ਅਰਦਾਸਾਂ ਸਦਕੇ ਹੀ ਹੋਇਆ ਤੇ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਮਿਹਰ ਸਦਕੇ ਹੋਇਆ। ਅਦਰਵਾਈਜ਼ ਪੋਸੀਬਲ ਨਹੀਂ ਸੀ ਵੀ ਇੰਨੀ ਛੇਤੀ ਬਾਹਰ ਆ ਜਾਂਦਾ ਜੀ। ਲੇਕਿਨ ਤੁਹਾਡੀਆਂ ਹਾਂਜੀ ਬਿਲਕੁਲ ਜੀ, ਉੱਥੇ ਤਾਂ ਆਉਣਾ ਹੀ ਆਉਣਾ ਜੀ। ਮੈਂ ਹੁਣ ਜਾਊਂਗਾ ਜੀ, ਕਿਉਂਕਿ ਮੈਂ ਬੰਬੇ ਰਹਿਣਾ, ਮਹਾਰਾਸ਼ਟਰ ਮੁੰਬਈ, ਤਾਂ ਮੈਂ ਹਜੂਰ ਸਾਹਿਬ ਵੀ ਜਾ ਕੇ ਨਤਮਸਤਕ ਹੋਊਂਗਾ ਜੀ ਉੱਥੇ। ਲੇਕਿਨ ਦੀਪ ਜੀ, ਜਿਸ ਤਰ੍ਹਾਂ ਤੁਹਾਡੀਆਂ ਫੋਟੋਆਂ ਟਰੋਲ ਕੀਤੀਆਂ ਗਈਆਂ, ਠੀਕ ਹੈ ਜੀ, ਠੀਕ ਹੈ ਠੀਕ ਹੈ। ਜਿਸ ਤਰ੍ਹਾਂ ਜੀ, ਜਿਸ ਤਰ੍ਹਾਂ ਤੁਹਾਡੀਆਂ ਫੋਟੋਆਂ ਟਰੋਲ ਕੀਤੀਆਂ ਗਈਆਂ, ਆਰਐਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਕਿ ਲੱਗਦਾ ਸੀਗਾ ਕਿ ਇੱਕ ਪ੍ਰੋਪੋਗੈਂਡਾ ਸੈੱਟ ਕੀਤਾ ਜਾ ਰਿਹਾ ਤੁਹਾਡੇ ਖਿਲਾਫ ਲਗਾਤਾਰ ਹੀ? ਹਾਂਜੀ, ਉਹ ਪ੍ਰੋਪੋਗੈਂਡਾ ਸੈੱਟ ਕੀਤਾ ਹੀ ਗਿਆ ਸੀ, ਇਹਦੇ 'ਚ ਕੋਈ ਸ਼ੱਕ ਨਹੀਂ। ਤੁਸੀਂ ਇਹ ਦੇਖੋ, ਤੁਹਾਨੂੰ ਤਾਂ ਸਾਰਿਆਂ ਨੂੰ ਪਤਾ, ਇੱਥੇ ਆਪਾਂ ਸਨੀ ਦਿਓਲ ਬਾਈ ਦੀ ਇਲੈਕਸ਼ਨ ਲੜੀ, ਤੁਹਾਨੂੰ ਇਹ ਵੀ ਪਤਾ ਮੈਂ ਉਦੋਂ ਵੀ ਇਹ ਕਹਿੰਦਾ ਰਿਹਾ ਸਨੀ ਦਿਓਲ ਨੂੰ ਵੋਟ ਪਾਓ, ਕਦੇ ਵੀ ਬੀਜੇਪੀ ਦਾ ਨਾਂ ਨਹੀਂ ਲਿਆ, ਕਿਉਂਕਿ ਮੇਰਾ ਉਸ ਪਾਰਟੀ ਨਾਲ ਕੋਈ ਲਿੰਕ ਨਹੀਂ। ਪਰ ਇਹ ਜਾਣਬੁੱਝ ਕੇ ਪ੍ਰੋਪੋਗੈਂਡਾ ਸੈੱਟ ਕੀਤਾ ਗਿਆ, ਇਹਦੇ ਪਿੱਛੇ ਬੜੇ ਕਾਰਨ ਆ, ਤੇ ਉਹ ਪ੍ਰੋਪੋਗੈਂਡਾ ਦੇਖੋ ਆਪਦੇ ਆਪ ਹੀ ਟੁੱਟ ਗਿਆ। ਦੀਪ ਸਿੱਧੂ ਨੂੰ ਹੁਣ ਕਦੋਂ ਕਿਸਾਨੀ ਮੋਰਚੇ 'ਚ ਵੇਖਿਆ ਜਾ ਸਕਦਾ? ਹੁਣ ਉਹ 2-3 ਦਿਨਾਂ 'ਚ ਫਿਰ ਮੈਂ ਉਹਨਾਂ ਦਾ ਤਾਂ ਸਿਪਾਹੀ ਆ ਜੀ, ਫਿਰ ਉੱਥੇ 2-3 ਦਿਨਾਂ 'ਚ ਜਾਵਾਂਗੇ। ਉਹਨਾਂ ਨਾਲ ਗੱਲ ਹੋ ਗਈ? ਨਹੀਂ, ਉਹਦੇ ਨਾਲ ਨਹੀਂ ਗੱਲ ਹੋਈ ਹਜੇ ਜੀ। ਕੀ ਲੱਗਦਾ ਕਿ ਫਿਰ ਦੁਬਾਰਾ ਤੋਂ ਮੋਰਚਾ ਉੱਥੇ ਲਾਇਆ ਜਾ ਸਕਦਾ ਉਹ, ਤੇ ਜੇ ਵਿਧਾਨ ਸਭਾ ਤੇ ਲੋਕ ਸਭਾ ਘੇਰਨ ਦੀ ਜ਼ਰੂਰਤ ਪਈ ਤੇ ਕੀ ਫਿਰ ਦੁਬਾਰਾ ਤੋਂ ਘੇਰੀ ਜਾ ਸਕਦੀ? ਹਾਂਜੀ, ਸਾਡੇ ਆਗੂ ਕਾਲ ਦੇਣ, ਜੋ ਉਹਨਾਂ ਦੀ ਕਾਲ ਹੋਊਗੀ ਅਸੀਂ ਉਸ ਕਾਲ ਤੇ ਖੜੇ ਹਾਂ। ਪਹਿਲਾਂ ਜਿੱਦੇ ਉਹਨਾਂ ਨੇ ਦਿੱਲੀ ਚੱਲੋ ਦੀ ਕਾਲ ਦਿੱਤੀ ਸੀ, ਅਸੀਂ ਦਿੱਲੀ ਗਏ। ਫਿਰ ਉਹਨਾਂ ਨੇ 26 ਜਨਵਰੀ ਦੀ ਟਰੈਕਟਰ ਪਰੇਡ ਦੀ ਕਾਲ ਦਿੱਤੀ। 26 ਜਨਵਰੀ ਨੂੰ ਲਾਲ ਕਿਲੇ ਦੀ ਕਾਲ ਵੀ ਆਗੂਆਂ ਨੇ ਦਿੱਤੀ, ਪੰਧੇਰ ਸਾਹਿਬ ਨੇ ਤੇ ਮਨਜੀਤ ਰਾਏ ਉਹਨਾਂ ਨੇ ਦਿੱਤੀ। ਉਹਨੂੰ ਸੁਣ ਕੇ ਸਾਰੇ ਲਾਲ ਕਿਲੇ ਪਹੁੰਚੇ ਆ। ਲੇਕਿਨ ਵੀਰ ਜੀ, ਜਦੋਂ ਤੁਹਾਨੂੰ ਗੱਦਾਰ ਤੱਕ ਦਾ ਅਵਾਰਡ ਦੇ ਦਿੱਤਾ ਕਿਸਾਨ ਜਥੇਬੰਦੀਆਂ ਨੇ, ਕਿਤੇ ਮਨ ਨਹੀਂ ਡੋਲਿਆ ਕਿ ਮੈਂ ਇਹਨਾਂ ਪਾਸੇ ਸਭ ਕੁਝ ਕਰ ਰਿਹਾ ਸੀਗਾ? ਬੇਸ਼ੱਕ ਸਾਡੇ ਆਗੂਆਂ ਨੇ ਇਹ ਬਿਆਨ ਦਿੱਤਾ, ਕਿਸੇ ਨੇ ਵੀ ਨਹੀਂ, ਸੰਗਤ ਨੇ ਬਹੁਤ ਪਿਆਰ ਦਿੱਤਾ। ਕਿਆ ਲੱਗਦਾ ਸੀਗਾ ਉਸ ਸਮੇਂ ਮਨ ਡੋਲਿਆ ਸੀਗਾ ਕਿ ਜਦੋਂ ਉਹਨਾਂ ਨੇ ਕਹਿਤਾ ਕਿ ਨਹੀਂ ਇਹ ਗੱਦਾਰ ਹੈ? ਮਨ ਡੋਲਿਆ ਮਤਲਬ ਮੈਂ ਹਰਟ ਤਾਂ ਜ਼ਰੂਰ ਹੋਇਆ ਸੀ। ਦੇਖੋ, ਜਦੋਂ ਤੁਹਾਨੂੰ ਸਰਟੀਫਿਕੇਟ ਵੰਡਣ ਲੱਗ ਜਾਣ ਤੇ ਤੁਸੀਂ ਮਹੀਨਿਆਂ ਬੱਧੀ ਸਭ ਕੁਝ ਛੱਡ ਕੇ ਨਾਲ ਬੈਠੇ ਹੋ, ਦਿਨ ਰਾਤ ਇੱਕ ਕੀਤਾ, ਤੇ ਉਦੋਂ ਤੁਹਾਡੇ ਤੇ ਇਹੋ ਜਿਹੀਆਂ ਤੌਹਮਤਾਂ ਲੱਗਣ, ਆਪਾਂ ਇਨਸਾਨ ਆ ਨਾ ਹਜੇ, ਤੇ ਹਰਟ ਤਾਂ ਜ਼ਰੂਰ ਹੋਇਆ। ਪਰ ਫਿਰ ਕਿਤੋਂ ਨਾ ਕਿਤੋਂ ਉਹ ਹੌਸਲਾ ਇਸ ਭਰੋਸੇ 'ਚੋਂ ਹੀ ਮਿਲਦਾ ਜਿਹੜਾ ਆਪਾਂ ਗੁਰੂ ਪਾਤਸ਼ਾਹ 'ਚ ਰੱਖਦੇ ਹਾਂ। ਲਾਸਟ ਕੁਐਸਚਨ ਮੇਰਾ ਕਿ ਜੇ ਨੌਜਵਾਨਾਂ ਨੂੰ ਹੁਣ ਕੀ ਅਪੀਲ ਕਰਨਾ ਚਾਹੋਗੇ ਦਿੱਲੀ ਜਾਣ ਵਾਸਤੇ? ਦੇਖੋ, ਨੌਜਵਾਨੀ ਨੇ ਇੰਨਾ ਸੋਹਣਾ ਰੋਲ ਨਿਭਾਇਆ,
ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਕਹਿੰਦੇ ਸੀ ਇਹ ਤਾਂ ਗਾਣਿਆਂ ਤੇ ਆ, ਇਹ ਤਾਂ ਨਸ਼ਿਆਂ 'ਚ ਆ, ਇਹਨਾਂ ਨੂੰ ਤਾਂ ਕਲਚਰ ਬਾਰੇ ਕੁਝ ਨਹੀਂ ਪਤਾ, ਤੁਸੀਂ ਦੇਖੋ ਉਹਨਾਂ 'ਚ ਵਿਰਸਾ ਵੀ ਦਿਸਿਆ, ਉਹ ਲੜੇ ਵੀ ਆ। ਉਹ ਨੌਜਵਾਨਾਂ ਨੇ ਬੜੀ ਬਾਖੂਬੀ ਨਾਲ ਜ਼ਿੰਮੇਵਾਰੀ ਨਾਲ ਉਸ ਐਜੀਟੇਸ਼ਨ 'ਚ ਰੋਲ ਨਿਭਾਇਆ। ਮੈਂ ਇਹ ਕਹਿਣਾ ਵੀ ਇਸ ਨੌਜਵਾਨੀ 'ਚ ਇਹ ਸਮਰੱਥਾ ਵੀ ਇਹ ਰਾਤੋਂ ਰਾਤ ਜ਼ੀਰੋ ਤੋਂ ਹੀਰੋ ਬਣ ਜਾਂਦੇ ਆ। ਸੋ ਇਹਨਾਂ ਨੌਜਵਾਨਾਂ ਤੇ ਭਰੋਸਾ ਰੱਖੋ, ਆਉਣ ਵਾਲਾ ਪੰਜਾਬ ਦਾ ਭਵਿੱਖ ਜਿਹੜਾ ਉਹ ਇਹਨਾਂ ਦੇ ਮੋਢਿਆਂ ਤੇ ਆ, ਇਹ ਸਾਂਭ ਲੈਣਗੇ। ਪੰਜਾਬ ਦੇ ਭਵਿੱਖ ਦੀ ਗੱਲ ਕੀਤੀ, ਨਵਜੋਤ ਸਿੰਘ ਸਿੱਧੂ ਬਹੁਤ ਜ਼ਿਆਦਾ ਇਸ ਟਾਈਮ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲ ਰਹੇ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸੀਟ ਨੂੰ ਜਿਹੜਾ ਬਿਲਕੁਲ ਦਰਕਨਾਰ ਕਰਤਾ ਗਿਆ। ਕਿਸ ਤਰ੍ਹਾਂ ਵੇਖਦੇ ਹੋ ਇਸ ਤਰ੍ਹਾਂ ਦੀਆਂ ਵੀ ਚੀਜ਼ਾਂ ਨੂੰ ਤੁਸੀਂ? ਦੇਖੋ ਇਹ ਤਾਂ ਮੇਨ ਸਟ੍ਰੀਮ ਪੋਲਿਟਿਕਸ ਦੇ ਸਾਰੇ ਬੰਦੇ ਆ, ਹਨਾ। ਇਹ ਜਿਹੜਾ ਮੇਨ ਸਟ੍ਰੀਮ ਪੋਲਿਟਿਕਸ ਹੁੰਦੀ ਆ ਨਾ, ਇੱਥੇ ਇੱਕ ਦੂਜੇ ਨੂੰ ਟਾਰਗੇਟ ਕਰਨਾ, ਔਰ ਹੋ ਸਕਦਾ ਵੀ ਉਹ ਕਈ ਵਾਰੀ ਇਸ ਲੈਵਲ ਤੱਕ ਚਲੇ ਜਾਂਦੇ ਆ ਵੀ ਉਹ ਤਰੀਕਾ ਤੇ ਸਲੀਕਾ ਵੀ ਭੁੱਲ ਜਾਂਦੇ ਆ, ਉਹਨਾਂ ਦੀ ਬੋਲੀ 'ਚ ਨਫਾਸਤ ਨਹੀਂ ਰਹਿੰਦੀ। ਪਰ ਮੈਨੂੰ ਐਂ ਲੱਗਦਾ ਵੀ ਸਾਨੂੰ ਇਹ ਸਭ ਚੀਜ਼ਾਂ ਸਿੱਖਣੀਆਂ ਪੈਣਗੀਆਂ, ਚਾਹੇ ਕੌਨਫਲਿਕਟ ਪੋਲਿਟਿਕਸ ਹੋਵੇ, ਚਾਹੇ ਮੇਨ ਸਟ੍ਰੀਮ ਪੋਲਿਟਿਕਸ ਹੋਵੇ। ਲਾਸਟ ਕੁਐਸਚਨ ਹੈ ਜੀ, ਕੁੰਵਰ ਵਿਜੇ ਪ੍ਰਤਾਪ ਸਿੰਘ ਜੇ ਅਗਰ ਕੋਈ ਪਾਰਟੀ 'ਚ ਜਾਂਦੇ ਨੇ ਜਾਂ ਨਵਜੋਤ ਸਿੰਘ ਸਿੱਧੂ ਕੋਈ ਪਾਰਟੀ ਬਣਾਉਂਦੇ ਨੇ, ਕਿਆ ਉਸ ਵਿੱਚ ਦੀਪ ਸਿੱਧੂ ਨਜ਼ਰ ਆ ਸਕਦਾ ਹੈ ਜੀ? ਨਹੀਂ, ਇਹ ਦੇਖੋ ਬੰਦਿਆਂ ਦੇ ਨਾਲ ਪਾਰਟੀ ਆਈਡੈਂਟੀਫਾਈ ਨਹੀਂ ਮੈਂ ਕਰਦਾ। ਪਾਰਟੀ ਦੀ ਸਟ੍ਰੈਟਜੀ ਕੀ ਆ, ਪਾਰਟੀ ਦੀ ਉਹਨਾਂ ਦੀ ਰਣਨੀਤੀ ਕੀ ਆ, ਉਹਨਾਂ ਦੀ ਆਈਡੀਓਲੋਜੀ ਕੀ ਆ, ਉਹ ਕਿਹੜੇ ਮਸਲਿਆਂ ਦੀ ਗੱਲ ਕਰ ਰਹੇ ਆ, ਉਹਦੇ ਨਾਲ ਮੇਰਾ ਤਾਰੁਫ ਹੋਊਗਾ। ਜੇ ਕੋਈ ਇਹੋ ਜੀ ਪਾਰਟੀ ਜਿਹੜੀ ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਕਰਦੀ ਆ, ਪੰਜਾਬ ਦੀ ਆਈਡੀਓਲੋਜੀ ਦੀ ਗੱਲ ਕਰਦੀ ਆ, ਜਿਹੜੀ ਸਾਡੇ ਇਮੋਸ਼ਨਸ ਆ, ਲੋਕਾਂ ਦੇ ਜੈਨੂਇਨ ਇਮੋਸ਼ਨਸ, ਉਹਨਾਂ ਦੀ ਗੱਲ ਕਰਦੀ ਆ, ਸੋ ਆਲ ਬੀ ਵਿਦ them then। ਹੁਣੇ ਮੈਨੂੰ ਪਤਾ ਲੱਗਿਆ ਵੀ ਬੜੇ ਲੋਕ ਦੇ ਆਰ ਲੂਜ਼ਿੰਗ देयर ਲਾਈਫਸ, ਹਨਾ। ਉਹ ਵਿਚਾਰੇ ਇਸ ਪੈਂਡੈਮਿਕ 'ਚ ਮਰ ਰਹੇ ਆ, ਉਹਨਾਂ ਦੀ ਵੀ ਅਰਦਾਸ ਕਰਾਂਗੇ, ਪਰ ਆਪਣੇ ਕਿਸਾਨ ਮੋਰਚੇ ਦੀ ਵੀ ਅਰਦਾਸ ਕਰਾਂਗੇ ਵੀ ਆਪਾਂ ਜਿੱਤ ਕੇ ਆਈਏ ਉੱਥੋਂ। ਸੋ ਹਰਮੰਦਰ ਸਾਹਿਬ ਆਉਣ ਦਾ ਮਕਸਦ ਇਹੀ ਹੈ ਜੀ, ਅਸੀਂ ਕੁਛ ਆਪਦੇ ਪਰਿਵਾਰਕ ਤੌਰ ਤੇ ਆ ਕੇ ਨਿਮਾਣੇ ਹੋ ਕੇ ਗੁਰੂ ਸਾਹਿਬ ਅੱਗੇ ਜਾ ਕੇ ਅਰਦਾਸ ਕਰੀਏ, ਸ਼ੁਕਰਾਨਾ ਕਰੀਏ। ਸੋ ਇਸੇ ਕਰਕੇ ਹਰਮੰਦਰ ਸਾਹਿਬ ਆਏ ਹਾਂ ਜੀ। ਦੇਖਿਆ ਜਾਵੇ ਤਾਂ ਜੇਲ੍ਹ ਦਾ ਸਫ਼ਰ ਜਿਹੜਾ ਵਾ ਉਹ ਕਿਸ ਤਰ੍ਹਾਂ ਰਿਹਾ ਤੇ ਕਿੰਨੀ ਦੇਰ ਤਸ਼ੱਦਦ ਜਿਹੜੀ ਆ ਲਾਈ ਗਈ, ਇਹਦੇ ਬਾਰੇ ਜਾਣੋ। ਜੇਲ੍ਹ ਦਾ ਸਫ਼ਰ ਤਾਂ ਉੱਥੇ ਤਾਂ ਜਿਹੜਾ ਸਹਾਰਾ ਸੀ ਉਹ ਇੱਥੋਂ ਹੀ ਮਿਲਿਆ। ਰੋਜ਼ ਅਰਦਾਸ ਕਰਦਾ ਹੁੰਦਾ ਸੀ, ਰੋਜ਼ ਸ਼੍ਰੀ ਗੁਰੂ ਰਾਮਦਾਸ ਸਾਹਿਬ ਨੂੰ ਅਰਦਾਸ ਕਰਨੀ, ਬਾਬਾ ਦੀਪ ਸਿੰਘ ਨੂੰ ਅਰਦਾਸ ਕਰਨੀ, ਔਰ ਉਹਨਾਂ ਨੂੰ ਕਹਿਣਾ ਸ਼ਹੀਦਾਂ ਸਿੰਘਾਂ ਦਾ ਪਹਿਰਾ ਲਾ ਕੇ ਰੱਖੋ, ਕਿਉਂਕਿ ਸਾਡੇ ਮੋਰਚੇ 'ਚ ਤੇ ਜੇਲ੍ਹ ਤੱਕ ਮੈਂ ਇਹ ਗੱਲ ਕਹਿਣਾ ਵੀ ਪ੍ਰਤੱਖ ਹੋਈ ਹੈ ਇਹ ਗੱਲ, ਸ਼ਹੀਦਾਂ ਸਿੰਘਾਂ ਦਾ ਪਹਿਰਾ ਰਿਹਾ। ਸਾਡਾ ਵਾਲ ਵੀ ਨਹੀਂ ਵਿੰਗਾ ਹੋਣ ਦਿੱਤਾ ਬਾਈ, ਨਹੀਂ ਲੱਗਦਾ ਨਹੀਂ ਸੀ ਇੰਨੀ ਛੇਤੀ ਬਾਹਰ ਆ ਜਾਾਂਗੇ। ਮੈਨੂੰ ਆਪ ਨੂੰ ਆਏ ਸੀ, ਔਰ ਮੈਂ ਵਕੀਲ ਆ ਇੱਕ ਪੇਸ਼ੇ ਦੇ ਤੌਰ ਤੇ, ਐਕਟਰ ਤਾਂ ਹੈਗਾ ਹੀ ਆ, ਪਰ ਉਦੋਂ ਪਹਿਲਾਂ ਮੈਂ ਵਕਾਲਤ ਕੀਤੀ ਆ। ਮੈਨੂੰ ਆਏ ਸੀ ਵੀ 7-8 ਮਹੀਨਿਆਂ ਲਈ ਮਿਨੀਮਮ ਗਏ ਅੰਦਰ, ਪਰ ਜਦੋਂ ਜਿਸ ਤਰ੍ਹਾਂ ਦੀ ਆਪਾਂ ਕਾਨੂੰਨੀ ਲੜਾਈ ਵੀ ਲੜੀ ਆ, ਡਿਸਮਿਸ ਆਰਡਰ ਕਰਨ ਦਾ ਜਾਂ ਬੇਲ ਕਰਨ ਦਾ ਵੀ ਕੋਈ ਆਧਾਰ ਹੀ ਨਹੀਂ ਸੀ ਉਹਨਾਂ ਕੋਲੇ, ਕਿਸੇ ਤਰ੍ਹਾਂ ਦਾ ਕੋਈ ਐਵੀਡੈਂਸ ਨਹੀਂ ਪੁਲਿਸ ਕੋਲੇ, ਜੋ ਇਲਜ਼ਾਮ ਲਾਏ ਬੇਬੁਨਿਆਦ, ਮਤਲਬ। ਔਰ ਜੱਜ ਵੀ ਇਹੋ ਜਿਹੇ ਰੱਬੀ ਰੂਹਾਂ ਮਿਲੀਆਂ ਵੀ ਉਹਨਾਂ ਨੇ ਆਰਡਰ 'ਚ ਇਹ ਗੱਲਾਂ ਲਿਖੀਆਂ, ਇੱਕ ਇੱਕ ਗੱਲ ਕਲੀਅਰ ਕੀਤੀ ਆਰਡਰ 'ਚ ਲਿਖ ਕੇ। ਚਾਹੇ ਮੇਰਾ ਪਹਿਲਾ ਬੇਲ ਆਰਡਰ ਸੀ, ਉਦੋਂ ਬਾਅਦ ਰਿਮਾਂਡ ਦਾ ਆਰਡਰ ਤੁਸੀਂ ਪੜ੍ਹ ਲਓ, ਉਦੋਂ ਬਾਅਦ ਦੂਜਾ ਬੇਲ ਆਰਡਰ ਪੜ੍ਹੋ। ਤੁਸੀਂ ਬੇਲ ਆਰਡਰ ਪੜ੍ਹੋਗੇ ਹੈਰਾਨ ਹੋ ਜਾਓਗੇ, ਜਿਵੇਂ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਉਹਨਾਂ ਨੇ ਖਿੱਚਿਆ ਤੇ ਪੁਲਿਸ ਵਾਲਿਆਂ ਨੂੰ ਕਿਹਾ ਵੀ ਤੁਸੀਂ ਬੇਈਮਾਨੀ ਕਰ ਰਹੇ ਹੋ ਇਸ ਬੰਦੇ ਨੂੰ, ਕਿਉਂਕਿ ਇਹ ਇੱਕ ਪਬਲਿਕ ਫੇਸ ਆ, ਤੁਸੀਂ ਜਾਣ ਕੇ ਇੱਕ ਐਗਜ਼ਾਮਪਲ ਬਣਾ ਰਹੇ ਹੋ ਇਸ ਬੰਦੇ ਦੀ, ਔਰ ਇਹ ਸਰਕਾਰਾਂ ਦੇ ਜਾਂ ਕਿਸੇ ਪੋਲੀਟੀਕਲ ਵੈਂਡੈਟਾ ਇਹਦੇ 'ਚੋਂ ਤੁਸੀਂ ਕੱਢ ਰਹੇ ਹੋ। ਅਦਰਵਾਈਜ਼ ਇਹਨੇ ਨਾ ਕੋਈ ਵਾਇਲੈਂਸ ਕੀਤੀ ਆ, ਨਾ ਕਿਸੇ ਨੂੰ ਇਨਸਟੀਗੇਟ ਕੀਤਾ, ਨਾ ਕਿਸੇ ਹੋਰ ਇਹ ਭੜਕਾਹਟ 'ਚ ਜਾਂ ਕਿਸੇ ਉੱਥੇ ਜੋ ਵੀ ਕੁਛ, ਜੇ ਕੁਛ ਗਲਤ ਹੋਇਆ ਹੋਵੇ, ਕੁੱਟ ਨਾਲ ਪੁਲਿਸ ਨਾਲ ਕੁੱਟਮਾਰ ਹੋਈ, ਉਹਦੇ 'ਚ ਇਨਵੋਲਵ ਸੀ। ਦੀਪ ਜੀ, ਦੇਖਿਆ ਜਾਵੇ ਤਾਂ ਕਿਹਾ ਜਾ ਰਿਹਾ ਕਿ ਦੀਪ ਸਿੱਧੂ ਜਦੋਂ ਉੱਥੇ ਹੋਇਆ ਸੀ, ਹਿੰਸਾ ਹੋਈ ਸੀ, ਤਾਂ ਉਸ ਤੋਂ ਬਾਅਦ ਭੱਜਦੇ ਨਜ਼ਰ ਆਏ ਸੀ ਬਾਈਕ ਦੇ ਉੱਤੇ। ਉਹ ਕੀ ਹੈ ਸਾਰੀ ਵੀਡੀਓ ਕੀ ਹੈ? ਨਹੀਂ ਜੀ, ਉਹ ਉੱਥੋਂ ਨਹੀਂ, ਜਿਹੜਾ ਮੈਂ ਉੱਥੋਂ ਮੋਟਰਸਾਈਕਲ ਲੈ ਕੇ ਨਿਕਲਿਆ, ਉਹਨੂੰ ਪੇਸ਼ ਬੜਾ ਗਲਤ ਕੀਤਾ ਗਿਆ। ਉਹ ਸੁਖਦੇਵ ਦੇ ਢਾਬੇ ਦੇ ਸਾਹਮਣੇ ਜਦੋਂ ਮੈਂ ਆ ਕੇ ਇੱਕ ਟਰੈਕਟਰ ਤੇ ਬੈਠ ਕੇ ਹਿੰਦੀ 'ਚ ਲਾਈਵ ਕੀਤਾ ਨਾ, ਉਹ ਇਸ ਕਰਕੇ ਕੀਤਾ ਸੀ ਕਿਉਂਕਿ ਨੈਸ਼ਨਲ ਮੀਡੀਆ ਨੇ ਬੜੀ ਹੀ ਗਲਤ ਤਰ੍ਹਾਂ ਦਾ ਨੈਰੇਟਿਵ ਥਰੋ ਕਰਨ ਲੱਗ ਗਏ ਸੀ ਉਹ। ਸੋ ਸੁਖਦੇਵ ਦੇ ਢਾਬੇ ਤੇ ਜਦੋਂ ਮੈਂ ਕੀਤਾ, ਉੱਥੇ ਮੇਰੇ ਤੇ ਅਟੈਕ ਹੋਇਆ, ਉੱਥੇ 15-20 ਬੰਦਿਆਂ ਨੇ ਅਟੈਕ ਕੀਤਾ। ਕੁਝ ਬੰਦਿਆਂ ਨੇ ਮੈਨੂੰ ਕਿਹਾ ਬਾਈ ਤੂੰ ਲੜੀ ਨਾ, ਕਿਉਂਕਿ ਆਪਾਂ ਆਪਦੇ ਹੀ ਬੰਦਿਆਂ ਨਾਲ ਗਾਲੋ ਗਾਲੀ ਹੁੰਦੇ ਚੰਗੇ ਨਹੀਂ ਲੱਗਦੇ। ਉਹ ਗੱਲ ਸਾਰੀ ਮੇਰੇ ਤੇ ਹੀ ਆ ਜਾਣੀ ਸੀ ਵੀ ਤੂੰ ਨਿਕਲ ਜਾ ਇੱਥੋਂ। ਉੱਥੋਂ ਮੈਂ ਨਿਕਲਿਆ,
ਗਾਂ ਇੱਕ ਬੰਦੇ ਦਾ ਮੋਟਰਸਾਈਕਲ ਲਿਆ, ਉਹਦੇ ਤੋਂ ਉਹਨਾਂ ਦਾ ਨੰਬਰ ਲਿਆ ਵੀ ਬਾਅਦ 'ਚ ਮੋਟਰਸਾਈਕਲ ਵਾਪਸ ਭੇਜ ਦਾਂਗੇ, ਵਾਪਸ ਵੀ ਭੇਜਿਆ। ਉਹ ਸੁਖਦੇਵ ਦੇ ਢਾਬੇ ਤੋਂ ਮੈਂ ਉੱਥੋਂ ਮੋਟਰਸਾਈਕਲ ਲੈ ਕੇ ਨਿਕਲਿਆ, ਕਿਉਂਕਿ ਅਦਰਵਾਈਜ਼ ਉਹਨਾਂ ਨੇ ਤਾਂ ਲੜਾਈ ਉਹ ਤਾਂ ਧਾਰ ਕੇ ਆਏ ਸੀ ਵੀ ਇਹਦਾ ਕੋਈ ਨਾ ਕੋਈ ਨੁਕਸਾਨ ਕਰਨਾ। ਕੌਣ ਸੀ ਇਲਜ਼ਾਮ ਲੱਗ ਰਿਹਾ ਸੀ ਦੀਪ ਸਿੱਧੂ ਆਰਐਸਐਸ ਬੀਜੇਪੀ ਦੇ ਨਾਲ ਵੀ ਰਲਿਆ ਹੋਇਆ? ਉਹ ਤਾਂ ਹੁਣ ਇਲਜ਼ਾਮ ਲੱਗਦੇ 6 ਮਹੀਨੇ ਹੋ ਗਏ ਹਨਾ, ਉਹ ਤਾਂ 6 ਮਹੀਨੇ ਹੋ ਗਏ ਇਸ ਇਲਜ਼ਾਮ ਨੂੰ ਲੱਗਦੇ ਇਹਦੀ ਕੋਈ ਬੁਨਿਆਦ ਨਹੀਂ ਆ, ਕੋਈ ਆਧਾਰ ਨਹੀਂ ਆ। ਇਹ ਗੱਲਾਂ ਬੜੀਆਂ ਆਪਾਂ ਇਹਦੇ ਤੇ ਬਹੁਤ ਗੱਲਾਂ ਕਰ ਚੁੱਕੇ ਆ। ਕਿਸਾਨੀ ਜ਼ਿੰਮੇਵਾਰ ਕਿਹਨੂੰ ਸਮਝਦੇ? ਇਹਦੇ ਵਿੱਚ ਜ਼ਿੰਮੇਵਾਰ ਕਿਹਨੂੰ ਸਮਝਦੇ ਸੀ? ਜੇ ਉੱਥੋਂ ਤੱਕ ਆਪਣੀ ਕੋਈ ਗੱਲ ਹੁੰਦੀ, ਅੱਜ ਸਨੀ ਦਿਓਲ ਬਾਈ ਨਾਲ ਆਪਾਂ ਇਲੈਕਸ਼ਨ ਲੜ ਕੇ ਗਏ ਆ ਇੱਥੇ, ਅੱਜ ਕੋਈ ਨਾਤਾ ਹੀ ਨਹੀਂ ਰਿਹਾ ਹਨਾ। ਦੂਜੀ ਗੱਲ, ਕਾਲ ਕੋਠੜੀਆਂ 'ਚ ਨਹੀਂ ਜਾਣਾ ਸੀ, ਭੁੱਖੇ ਨਹੀਂ ਸੌਣਾ ਸੀ, ਰਾਤਾਂ ਨੂੰ ਜਗਾ ਕੇ ਨਹੀਂ ਰੱਖਣਾ ਸੀ, ਫਿਰ ਇੰਨੇ ਕੇਸ ਨਹੀਂ ਪੈਣੇ ਸੀ। ਹਜੇ 2 FIR ਤਾਂ ਆਪਣੇ ਤੇ ਆਲਰੇਡੀ ਉਹਨਾਂ ਨੇ ਕੀਤੀਆਂ ਹੋਈਆਂ। ਸੋ ਇਹ ਸਰਕਾਰਾਂ ਦੇ ਬੰਦਿਆਂ ਦੇ ਨਾਲ ਇਹ ਕੰਮ ਨਹੀਂ ਹੁੰਦੇ ਕਦਮ ਤੁਸੀਂ ਚੱਲੇ ਜੇ ਨਾਲ ਇਲੈਕਸ਼ਨ ਦੇ ਵਿੱਚ, ਲੱਗਦਾ ਨਹੀਂ ਕਿ ਇਲੈਕਸ਼ਨ ਨੂੰ ਰਾਜਨੀਤੀ ਛੱਡ ਕੇ ਉਸ ਤਰ੍ਹਾਂ ਤੁਹਾਡੇ ਨਾਲ ਖੜਨਾ ਚਾਹੀਦਾ ਸੀ? ਦੇਖੋ, ਪਰਿਵਾਰਕ ਤੌਰ ਤੇ ਤਾਂ ਖੜਨਾ ਹੀ ਚਾਹੀਦਾ ਸੀ, ਪਰ ਉਹ ਪਰਿਵਾਰਕ ਤੌਰ ਤੇ ਖੜੇ ਹੋਏ ਜਿਹੜੇ ਦੋਸਤ ਹੁੰਦੇ ਆ ਨਾ, ਜਿਹੜੇ ਅਸਲ ਹੁੰਦੇ ਆ ਦੋਸਤ, ਔਰ ਉਹ ਕੋਈ ਹੁੰਦਾ ਜਦੋਂ ਸਮੇਂ ਤੇ ਭੀੜ ਪੈਂਦੀ ਆ ਤੁਹਾਡੇ ਤੇ, ਜਾਂ ਸਰਕਾਰਾਂ ਦੇ ਤੁਹਾਡੇ ਅਗੇਂਸਟ ਜਾਂ ਸਟੇਟ ਤੁਹਾਡੇ ਅਗੇਂਸਟ ਹੋ ਜਾਂਦੀ ਆ, ਉਦੋਂ ਕੋਈ ਖੜਦਾ ਬਾਈ। ਹਰ ਬੰਦਾ ਨਹੀਂ ਖੜਦਾ, ਬਥੇਰੇ ਲੋਕ ਭੱਜਦੇ ਦੇਖੇ ਮੈਂ। ਸਾਰੇ ਦੇ ਮਾਹਿਰ ਦੇ ਵਿੱਚ ਗੱਲ ਹੈ ਕਿ ਦੀਪ ਸਿੱਧੂ ਪਾਰਟੀ ਬਣਾਉਣ ਜਾ ਰਹੇ ਨੇ, ਇਹਦੇ ਬਾਰੇ ਜਾਣੂ ਕਰੋ ਕੀ ਆ? ਨਹੀਂ, ਪਾਰਟੀ ਆਏ ਆ ਵੀ ਮੈਂ ਇਹ ਗੱਲ ਜ਼ਰੂਰ ਕਹਿਣਾ ਵੀ ਪੰਜਾਬ ਨੂੰ ਇੱਕ ਕੰਪਲੀਟ ਪੋਲੀਟੀਕਲ ਸਟਰਕਚਰ ਇਹੋ ਜਿਹਾ ਹੋਵੇ ਜਿਹੜਾ ਪੰਜਾਬ ਦੇ ਅਸਲ ਮਸਲਿਆਂ ਦੀ ਗੱਲ ਕਰੇ। ਸਾਨੂੰ ਉਹੋ ਜਿਹੀ ਕਿਸੇ ਪੋਲੀਟੀਕਲ ਲੀਡਰਸ਼ਿਪ ਦੀ ਜ਼ਰੂਰਤ ਆ, ਔਰ ਉਹ ਖੇਤਰੀ ਲੀਡਰਸ਼ਿਪ ਹੋਵੇ, ਕਿਉਂਕਿ ਪੰਜਾਬ ਦੇ ਮਸਲੇ ਖੇਤਰੀ ਆ। ਦਿੱਲੀ ਨੇ ਸਾਨੂੰ ਕਦੇ ਨਿਆਂ ਨਹੀਂ ਦਿੱਤਾ, ਦਿੱਲੀ ਨੇ ਸਾਡੇ ਮਸਲਿਆਂ ਨੂੰ ਕਦੇ ਸਮਝ ਕੇ ਉਹਨਾਂ ਨੂੰ ਕਦੇ ਸਾਨੂੰ ਸੁਲਝਾਇਆ ਨਹੀਂ। ਸੋ ਇਸ ਕਰਕੇ ਸਾਨੂੰ ਸਾਡੀ ਖੇਤਰੀ ਪਾਰਟੀ ਜਿਹੜੀ ਸਾਨੂੰ ਰਿਪਰੈਜ਼ੈਂਟ ਕਰੇ, ਸਾਡੇ ਲੋਕਾਂ ਦੇ ਜਜ਼ਬਾਤਾਂ ਨੂੰ ਰਿਪਰੈਜ਼ੈਂਟ ਕਰੇ, ਸਾਡੇ ਮਸਲਿਆਂ ਦੇ ਹੱਲ ਦੇਵੇ, ਉਹਦੀ ਬੜੀ ਜ਼ਰੂਰਤ ਹੈ। ਤੁਹਾਡੇ ਹੱਕ ਚ ਉਤਰ ਆਇਆ ਤੇ ਜਦੋਂ ਜ਼ਮਾਨਤ ਹੋਈ ਤੇ ਨੌਜਵਾਨਾਂ ਨੇ ਕਾਫੀ ਜਿਹੜਾ ਸੈਲੀਬ੍ਰੇਟ ਕੀਤਾ, ਲੱਡੂ ਵੰਡੇ, ਕਿਵੇਂ ਵੇਖਦੇ ਹੋ ਤੁਸੀਂ? ਭਾਈ ਜੀ, ਮੈਂ ਦੇਣ ਹੀ ਨਹੀਂ ਦੇ ਸਕਦਾ ਸਾਡੇ ਬੰਦਿਆਂ ਦਾ ਜੀ, ਤੇ ਮੈਂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ, ਇਹਨਾਂ ਨੇ ਤਾਂ ਇੱਥੋਂ ਦਾ ਸ਼ਕਤੀ ਮਿਲੀ, ਇਹਨਾਂ ਨੇ ਸਾਨੂੰ ਹੱਥ ਦੇ ਕੇ ਰੱਖਿਆ, ਪਰ ਮੈਂ ਸਾਡੀਆਂ ਉਹਨਾਂ ਰੂਹਾਂ ਦਾ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਨਾਲ ਖੜ ਕੇ ਆਵਾਜ਼ ਬੁਲੰਦ ਕੀਤੀ। ਉਹ ਸਾਰਾ ਜਿਹੜਾ ਮੇਰੇ ਤੇ ਤੌਹਮਤਾਂ ਲਾਈਆਂ ਗਈਆਂ, ਉਹਨਾਂ ਤੌਹਮਤਾਂ ਨੂੰ ਖਤਮ ਕੀਤਾ। ਤੇ ਜਦੋਂ ਮੈਂ ਬਾਹਰ ਆਇਆ ਤਾਂ ਆਲਮ ਹੀ ਕੁਝ ਹੋਰ ਸੀ। ਜਦੋਂ ਅੰਦਰ ਗਏ ਆ ਖਲਕਤ ਸਾਰੀ ਉਲਟ, ਜਦੋਂ ਬਾਹਰ ਆਇਆ ਉਹੀ ਖਲਕਤ ਤੁਹਾਡੇ ਹੱਕ 'ਚ। ਇਹ ਤਾਂ ਕੋਈ ਚਮਤਕਾਰ ਹੀ ਹੋ ਸਕਦਾ। ਔਰ ਤੁਹਾਨੂੰ ਟਾਰਗੇਟ ਕੀਤਾ ਗਿਆ ਜੀ ਇਸ ਸਾਰੇ ਮਾਮਲੇ 'ਚ? ਹਾਂਜੀ, ਤੁਹਾਨੂੰ ਤੇ ਲੱਖਾਂ ਨੂੰ ਦੋ ਜਣਿਆਂ ਦੇ ਯੂਥ, ਜਿਨ੍ਹਾਂ ਦੇ ਮਗਰ ਯੂਥ ਹੈਗਾ, 2 ਜਣਿਆਂ ਨੂੰ ਟਾਰਗੇਟ ਕੀਤਾ ਗਿਆ। ਕਾਰਨ ਕੀ ਸਮਝਦੇ ਸੀ? ਬਾਈ, ਪਤਾ ਕੀ ਹੁੰਦਾ, ਜਦੋਂ ਐਡੀਆਂ ਵੱਡੀਆਂ ਲਹਿਰਾਂ ਉੱਠਦੀਆਂ ਨਾ, ਉਹਨਾਂ ਲਹਿਰਾਂ ਦੇ ਵਿੱਚ ਲੋਕ ਕੁਝ ਚਿਹਰਿਆਂ ਨਾਲ ਆਈਡੈਂਟੀਫਾਈ ਕਰਨ ਲੱਗ ਜਾਂਦੇ ਆ। ਉਸ ਆਈਡੈਂਟੀਫਿਕੇਸ਼ਨ ਦਾ ਕਾਰਨ ਹੀ ਸੀ ਵੀ ਲੱਖੇ ਨਾਲ ਤੇ ਮੇਰੇ ਨਾਲ ਯੂਥ ਆਈਡੈਂਟੀਫਾਈ ਕਰਨ ਲੱਗ ਗਿਆ ਵੀ ਇਹ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਆ, ਸਾਡੇ ਜਜ਼ਬਾਤਾਂ ਦੀ ਗੱਲ ਕਰਦੇ ਆ ਇਹ। ਔਰ ਗੱਲ ਕੀ ਕਰਦੇ ਸੀ, ਮੈਂ ਹਮੇਸ਼ਾ ਇਹ ਕਹਿਣਾ ਹੁੰਦਾ, ਸਾਡੇ ਤੇ 84 ਆਈ, ਦਰਬਾਰ ਸਾਹਿਬ ਨੂੰ ਢਾਹ ਦਿੱਤਾ ਗਿਆ, ਉਹਦਾ ਕਲੋਜ਼ਰ ਨਹੀਂ ਮਿਲਿਆ ਸਾਨੂੰ। ਉਸ ਤੋਂ ਬਾਅਦ ਸਿੱਖ ਜੈਨੋਸਾਈਡ ਹੋਈ, ਉਹਦਾ ਕਲੋਜ਼ਰ ਨਹੀਂ ਮਿਲਿਆ ਸਾਨੂੰ। ਸਾਡੇ ਇੱਥੇ ਹਜ਼ਾਰਾਂ ਨੌਜਵਾਨ ਮਾਰੇ ਗਏ, ਖਾਲੜਾ ਸਾਹਿਬ ਨੇ ਕਿੰਨਾ ਕੰਮ ਕੀਤਾ ਸਾਡੇ ਸਾਹਮਣੇ ਆ। ਬੇਦੋਸ਼ੇ ਨਿਰਦੋਸ਼ ਨੌਜਵਾਨ ਚੱਕ ਮਾਰੇ ਗਏ, ਉਹਦਾ ਕਲੋਜ਼ਰ ਨਹੀਂ ਮਿਲਿਆ ਸਾਨੂੰ। ਜਦੋਂ ਇਹਨਾਂ ਸਾਰੀਆਂ ਘਟਨਾਵਾਂ ਦਾ ਕਲੋਜ਼ਰ ਨਾ ਮਿਲਿਆ ਹੋਵੇ ਤੇ ਲੋਕਾਂ ਦੇ ਮਨਾਂ 'ਚ ਗੁੱਸਾ ਪਿਆ ਹੋਵੇ, ਜਿਹੜੇ ਕੋਈ ਬੰਦੇ ਆ ਕੇ ਉਸ ਗੁੱਸੇ ਦੀ ਗੱਲ ਕਰਨ ਜਾਂ ਉਹਨਾਂ ਦੇ ਜਜ਼ਬਾਤਾਂ ਨੂੰ ਰਿਪਰੈਜ਼ੈਂਟ ਕਰਨ, ਲੋਕ ਉਹਨਾਂ ਨਾਲ ਆਈਡੈਂਟੀਫਾਈ ਕਰਨਾ ਸ਼ੁਰੂ ਕਰ ਦਿੰਦੇ ਆ। ਸਾਡੇ ਵੱਲੋਂ ਸਾਡਾ ਦਿੱਤਾ ਗਿਆ ਸੀ ਕਿ ਲੱਖਾ ਸਿਧਾਣੇ ਦੇ ਨਾਲ ਜੇ ਗ੍ਰਿਫਤਾਰੀ ਹੁੰਦੀ ਹੈ ਤਾਂ ਮੈਂ ਉਹਦੇ ਨਾਲ ਖੜਾਂਗਾ। ਹਾਂਜੀ, ਤੇ ਲੱਖਾ ਸਿਧਾਣਾ ਤੁਹਾਡੇ ਨਾਲ ਕਿਉਂ ਨਹੀਂ ਖਲੋਤਾ? ਭਾਈ, ਇਹ ਤਾਂ ਹੁਣ ਉਹਨਾਂ ਦੀ ਮਰਜ਼ੀ ਆ ਵੀ ਖਲੋਤੇ ਕਿ ਨਹੀਂ ਖਲੋਤੇ, ਮੈਨੂੰ ਇਹ ਵੀ ਨਹੀਂ ਪਤਾ। ਪਰ ਮੈਂ ਇਹ ਕਹਿੰਦਾ, ਜੋ ਵੀ ਇਸ ਅੰਦੋਲਨ 'ਚ ਜਾਂ ਕੋਈ ਹੋਰ ਸਾਡੇ ਨੌਜਵਾਨ ਨਾਲ ਪੁਲਿਸ ਧੱਕਾ ਕਰਦੀ ਆ, ਆਪਾਂ ਉਹ ਸਾਰਿਆਂ ਦੇ ਨਾਲ ਖੜੇ ਆ। ਕਿਉਂਕਿ ਹੁਣ
ਧੱਕਾ ਨਹੀਂ ਹੋਣ ਦੇਵਾਂਗੇ। ਬੜਾ ਸਹਿ ਲਿਆ ਪੰਜਾਬ ਨੇ ਔਰ ਇਹ ਸਾਨੂੰ ਸਾਰਿਆਂ ਨੂੰ ਪਤਾ, ਔਰ ਅਸੀਂ ਵੰਡ ਵੀ ਨਹੀਂ ਹੋਣ ਦੇਣੀ ਵੀ ਇੱਥੇ ਸਿੱਖ ਹਿੰਦੂ ਦੀ ਵੰਡ ਕਰਾ ਦਈਏ ਜਾਂ ਮੁਸਲਮਾਨ ਦੀ ਵੰਡ ਕਰਾ ਦਈਏ। ਮਾਨਸ ਕੀ ਜਾਤ ਸਭੇ ਏਕੋ ਪਹਿਚਾਨ। ਸਿੱਧੂ ਕਿੱਥੇ ਖੜੇ ਨੇ ਹੁਣ? ਕਿਸਾਨਾਂ ਦੇ ਨਾਲ ਖੜੇ ਨੇ। ਕਿਸਾਨੀ ਅੰਦੋਲਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਸ਼ਿੰਗੂ ਕਦੋਂ ਪਹੁੰਚੋਗੇ? ਸ਼ਿੰਗੂ ਹੁਣ ਸਿੰਘੂ ਜਲਦੀ ਪਹੁੰਚਾਂਗੇ ਜੀ, ਔਰ ਉਹ ਸਾਡਾ ਹੋਂਦ ਦੀ ਲੜਾਈ ਆ, ਸਾਡਾ ਅੰਦੋਲਨ ਆ, ਤੇ ਸਾਡੀ ਜਿਹੜੀ ਉੱਥੇ ਸਾਰੇ ਬੰਦੇ ਹਜੇ ਤੱਕ ਬੈਠੇ ਆ ਤੇ ਉਹ ਇਸ ਲੀਡਰ ਲੱਗਦਾ ਨਾ ਟੈਂਟ ਚ ਭੀੜ ਬੜੀ ਹੋ ਰਹੀ ਤੁਹਾਡੀ। ਹਾਂਜੀ ਹਾਂਜੀ ਜਲਦੀ ਨਹੀਂ, ਮੈਂ ਆਉਂਦੇ ਜਾ ਕੇ ਵੀ ਆਇਆ ਤੇ ਬੜੀ ਛੇਤੀ ਜਾਵਾਂਗੇ ਜੀ। ਸਰ ਲਾਲ ਕਿਲੇ 'ਚ ਜੋ ਇਨਸੀਡੈਂਟ ਹੋਇਆ ਜੀ, ਆਖਿਰ ਪੰਜਾਬੀ ਜਿਹੜੀ ਇੰਡਸਟਰੀ ਉਹਨਾਂ ਨੇ ਤੁਹਾਨੂੰ ਕਿਉਂ ਨਹੀਂ ਆਖਿਰ ਕੁਝ ਤੁਹਾਡੇ ਖਿਲਾਫ? ਬਾਈ ਮੈਂ ਤੁਹਾਨੂੰ ਦੱਸਿਆ ਨਾ, ਜਦੋਂ ਸਟੇਟ ਦੀ ਮਾਰ ਪੈਂਦੀ ਆ ਨਾ, ਉਹਦੇ ਖਿਲਾਫ ਬੋਲਣਾ ਬਹੁਤ ਔਖਾ। ਵੱਡੇ ਡਰ ਜਾਂਦੇ ਆ, ਵੱਡੇ ਰਿਸ਼ਤੇਦਾਰ ਭੱਜ ਜਾਂਦੇ ਆ, ਆਪਦੇ ਬੰਦੇ ਆਪਦੇ ਸਕੇ ਸੰਬੰਧੀ ਭੱਜ ਜਾਂਦੇ ਆ। ਉਹ ਤਾਂ ਫੇਰ ਇੰਡਸਟਰੀ ਦੇ ਬੰਦੇ ਸੀ। ਹੌਲੀ ਜਦੋਂ ਇੱਕ ਆਵਾਜ਼ ਬਦਲਦੀ ਆ, ਜਦੋਂ ਮਾਹੌਲ ਬਦਲਦਾ, ਫੇਰ ਲੋਕ ਖੜੇ ਹੁੰਦੇ ਆ ਤੇ ਫੇਰ ਅਦਰਵਾਈਜ਼ ਬਹੁਤ ਇਹ ਤਾਂ ਸਦੀਆਂ ਤੋਂ ਦੇਖਿਆ ਗਿਆ ਨਾ, ਜਦੋਂ ਹਕੂਮਤਾਂ ਖਿਲਾਫ ਹੁੰਦੀਆਂ ਉਦੋਂ ਕੋਈ ਅਸਲ ਬੰਦੇ ਤੇ ਅਸਲ ਰੂਹਾਂ ਹੀ ਖੜਦੀਆਂ ਤੁਹਾਡੇ ਹੱਥ 'ਚ। ਸਵਾਲ ਹੈ ਕਿ ਬੜੀ ਕੋਸ਼ਿਸ਼ਾਂ ਹੋਈਆਂ ਕਿਸਾਨੀ ਅੰਦੋਲਨ ਨੂੰ ਢਹਿ ਲਾਉਣ ਵਾਸਤੇ, ਤੁਹਾਡੇ ਉੱਤੇ ਵੀ ਪਰਚੇ ਦਰਜ ਕੀਤੇ, ਹੋਰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤਾਂ ਹੁਣ ਲੱਗਦਾ ਕਿ ਜਿਹੜਾ ਕਰੋਨਾ ਦੀ ਇੱਕ ਨਵੀਂ ਮਾਰ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ, ਆਕਸੀਜਨ ਨਹੀਂ ਹੈਗੀ, ਕਰੋਨਾ ਨਾਲ ਫੈਲਾ ਦੇ ਕਿਸਾਨ, ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ। ਲੱਗਦਾ ਕਿ ਫਿਰ ਇਹ ਢਹਿ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ ਬਾਈ, ਇਹਦੇ ਤੇ ਕਿੰਨੀ ਕੁ ਸੱਚਾਈ ਆ ਇਹ ਤਾਂ ਨਹੀਂ ਮੈਨੂੰ ਪਤਾ। ਕਨਸਪੀਰੇਸੀ ਥਿਊਰੀਜ਼ ਤਾਂ ਹਮੇਸ਼ਾ ਹੀ ਕੰਮ ਕਰਦੀਆਂ ਹੁੰਦੀਆਂ, ਪਰ ਜਿਹੜੀ ਇਹਦੇ ਨਾਲ ਇੱਕ ਗੱਲ ਵਾਚਣੀ ਬੜੀ ਜ਼ਰੂਰੀ ਆ ਵੀ ਰੋਜ਼ ਦੇ 300 ਬੰਦੇ ਇਕੱਲੇ ਦਿੱਲੀ 'ਚ ਮਰ ਰਹੇ ਆ। ਹੁਣ ਉਹ ਬੰਦੇ ਮਰ ਰਹੇ ਆ, ਇਹ ਤਾਂ ਕੋਈ ਗੱਲ ਸਾਡੇ ਸਮਝ ਆਉਣੀ। ਔਰ ਮੇਰੇ ਖਿਆਲ ਇੰਡੀਆ 'ਚ 2400-2500 ਬੰਦਾ ਦਿਨ ਦਾ ਮਰ ਰਿਹਾ। ਸੋ ਪੈਂਡੈਮਿਕ ਦਾ ਕਹਿਰ ਤਾਂ ਹੈਗਾ ਹੀ ਹੈਗਾ, ਸਾਨੂੰ ਵੀ ਧਿਆਨ ਰੱਖਣਾ ਚਾਹੀਦਾ। ਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਵੀ ਇੱਥੇ ਆਪਣੇ ਐਪਲੀਕੇਬਲ ਆ, ਸਾਨੂੰ ਧਿਆਨ ਰੱਖਣਾ ਚਾਹੀਦਾ। ਸਾਨੂੰ ਉਹ ਪ੍ਰੋਟੋਕਾਲ ਜੋ ਸਰਕਾਰ ਨੇ ਇੱਥੇ ਸਾਨੂੰ ਦੱਸੇ ਆ, ਸੋਸ਼ਲ ਡਿਸਟੈਂਸਿੰਗ ਹੋਵੇ, ਚਾਹੇ ਸਾਨੂੰ ਜਿੰਨੇ ਕੁ ਬੰਦੇ ਇਕੱਠ ਕਰਨ ਦਾ ਹਾਂਜੀ ਕਿਹਾ ਗਿਆ ਹੋਵੇ, ਉਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਪਰ ਨਾਲ ਦੀ ਨਾਲ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਸਾਡੇ ਕਿਸਾਨ ਉੱਥੇ ਬੈਠੇ ਆ ਤੇ ਮਹਾਮਾਰੀ ਫੈਲ ਰਹੀ ਆ। ਸਰਕਾਰ ਕਿਸਾਨਾਂ ਨਾਲ ਜੈਨੂਇਨ ਟਾਕਸ 'ਚ ਜਲਦੀ ਤੋਂ ਜਲਦੀ ਇੰਗੇਜ ਹੋਵੇ ਤੇ ਇਸ ਜਿਹੜੀ ਆਪਣੇ ਐਜੀਟੇਸ਼ਨ ਆ ਉਹਦਾ ਕੋਈ ਨਾ ਕੋਈ ਹੱਲ ਨਿਕਲੇ। ਜੀ ਪਰ ਸਰਕਾਰ ਨੂੰ ਕਿੱਥੇ ਦੇਖਦੇ ਹੋ? ਕੇਂਦਰ ਦੀ ਸਰਕਾਰ ਜਿਹੜੀ ਹੈ ਤੁਹਾਨੂੰ ਕਿਸ ਤਰ੍ਹਾਂ ਦੇਖਦੇ ਹੋ? ਸਾਹਮਣੇ ਦੇਖੇ ਟਾਕ ਦੇ ਸਾਥ ਤੁਸੀਂ ਕਿਹਾ ਕਿ ਟਾਕ ਤੋਂ ਬਿਨਾਂ ਹੱਲ ਨਹੀਂ ਹੈ। ਟਾਕ 22 ਜਨਵਰੀ ਤੋਂ ਬਾਅਦ ਨਹੀਂ ਹੋਈ। ਅਸੀਂ ਵੀ ਉੱਥੇ ਸੀ ਜਦੋਂ ਲਾਸਟ 22 ਜਨਵਰੀ ਤੋਂ ਕੇਂਦਰ ਦੇ ਨਾਲ ਖਤਮ ਹੋਇਆ, ਉਸ ਤੋਂ ਬਾਅਦ 26 ਜਨਵਰੀ ਦਾ ਇਨਸੀਡੈਂਟ ਹੁੰਦਾ ਹੈ। ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ ਸਰਕਾਰ ਮੈਨੂੰ ਲੱਗਦਾ, ਦੇਖੋ ਮੇਰਾ ਆਪਦਾ ਪਰਸਨਲ ਵਿਊ ਆ, ਸਰਕਾਰ ਨੇ ਇਸ ਐਜੀਟੇਸ਼ਨ ਦੀ ਸੀਰੀਅਸਨੈਸ ਨੂੰ ਕਦੇ ਸਮਝਿਆ ਨਹੀਂ, ਇਸ ਐਜੀਟੇਸ਼ਨ ਨੂੰ ਐਨਾਲਾਈਜ਼ ਸਹੀ ਨਹੀਂ ਕੀਤਾ। ਇਸ ਐਜੀਟੇਸ਼ਨ ਦੀ ਜਿਹੜੀ ਇੱਕ ਸਿਗਨੀਫੀਕੈਂਸ ਆ ਉਹਨੂੰ ਹਮੇਸ਼ਾ ਹੀ ਉਹ ਘੱਟ ਦੇਖਦੇ ਰਹੇ। ਇਹਦੀ ਗਲੋਬਲ ਸਿਗਨੀਫੀਕੈਂਸ ਆ ਔਰ ਲੋਕ ਆਲ ਇੰਡੀਆ ਲੈਵਲ ਤੇ ਕਿਸਾਨ ਥ੍ਰੈਟਨਡ ਫੀਲ ਕਰ ਰਹੇ ਆ। ਕਿਸਾਨਾਂ ਨੂੰ ਐਂ ਲੱਗਦਾ ਵੀ ਸਾਡੀ ਹੋਂਦ ਹੀ ਨਹੀਂ ਰਹਿਣੀ, ਅਸੀਂ ਤਾਂ ਮੁਜ਼ਾਹਰਿਆਂ ਤੋਂ ਮਾਲਕ ਬਣੇ ਸੀ, ਫਿਰ ਮੁੜ ਕੇ ਮੁਜ਼ਾਹਰੇ ਬਣ ਜਾਾਂਗੇ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਮਾਲਕ ਬਣਾਇਆ ਸੀ। ਸਰਕਾਰ ਨੇ ਕਦੇ ਵੀ ਜੈਨੂਇਨ ਟਾਕਸ 'ਚ ਮੈਨੂੰ ਐਂ ਲੱਗਦਾ ਵੀ ਇੰਗੇਜ ਹੀ ਨਹੀਂ ਕੀਤਾ ਕਿਸਾਨਾਂ ਨੂੰ। ਹੁਣ ਸਰਕਾਰ ਨੂੰ ਇਹ ਗੱਲ ਛੇਤੀ ਤੋਂ ਛੇਤੀ ਸਮਝ ਲੈਣੀ ਚਾਹੀਦੀ ਆ ਵੀ ਇਹਦਾ ਕੋਈ ਗੱਲਬਾਤ ਰਾਹੀਂ ਅਸੀਂ ਇਸ ਡੈਡਲੌਕ ਨੂੰ, ਇਸ ਸਟੇਲਮੇਟ ਨੂੰ ਤੋੜੀਏ, ਇਹਦਾ ਹੱਲ ਨਿਕਲੇ ਤੇ ਸਾਡੇ ਲੋਕ ਉੱਥੋਂ ਜਿੱਤ ਕੇ ਆਉਣ ਮੋਰਚੇ ਨੂੰ। 22 ਜਨਵਰੀ ਤੋਂ ਬਾਅਦ ਸਾਰਾ ਠਿਕਰਾ ਤੁਹਾਡੇ ਤੇ ਫੋੜਿਆ ਗਿਆ, ਕਾਰਨ ਕੀ ਹੈ ਕਿ 26 ਜਨਵਰੀ ਤੋਂ ਬਾਅਦ ਕਾਰਨ ਕੀ ਹੈ ਕਿ ਇਸ ਤਰੀਕ ਨੂੰ, ਇਸ ਚੀਜ਼ ਨੂੰ ਹਾਈਲਾਈਟ ਬਹੁਤ ਕੀਤਾ ਗਿਆ ਸਰਕਾਰ ਵੱਲੋਂ, ਪਰ ਆਪਣੀਆਂ ਜਿਹੜੀਆਂ ਗੱਲਾਂ ਸੀ ਉਹਨੂੰ ਬਿਲਕੁਲ ਪਿੱਛੇ ਸੁੱਟ ਦਿੱਤਾ ਗਿਆ। ਬਈ ਇਹ ਗੱਲਾਂ, ਇਹਦਾ ਨਾ ਰੀਜ਼ਨ ਇਹ ਆ, ਉਹ ਹਮੇਸ਼ਾ ਹੀ ਸਕੇਪਗੋਟ ਲੱਭਦੇ ਹੁੰਦੇ ਆ। ਐਡੀਆਂ ਵੱਡੀਆਂ ਲਹਿਰਾਂ ਨੂੰ ਇੱਕ ਬੰਦੇ ਤੱਕ ਆ ਕੇ ਸੀਮਤ ਕਰ ਦੇਣਾ ਤੇ ਬਾਕੀ ਭਰਤਾਂ ਨੂੰ ਫਰੋਲਣਾ ਹੀ ਨਹੀਂ, ਇਹ ਹਾਂਜੀ ਚੱਲੀਏ। ਤਾਂ ਹਮੇਸ਼ਾ ਹੀ ਸਕੇਪਗੋਟ ਲੱਭਦੀਆਂ ਹੁੰਦੀਆਂ ਸਰਕਾਰਾਂ। ਸਰਕਾਰ ਨੇ ਇਹੀ ਕੰਮ ਹੁਣ ਕੀਤਾ। ਹਾਲਾਂਕਿ ਜੇ ਅਸਾਂ ਅੰਦੋਲਨ ਨੂੰ ਜੇ ਆਪਾਂ ਐਨਾਲਾਈਜ਼ ਕਰੀਏ ਤਾਂ ਇਹਦੀਆਂ ਇੰਨੀਆਂ ਕੁ ਪਰਤਾਂ ਸਾਹਮਣੇ ਆਉਣਗੀਆਂ, ਉਹਨਾਂ ਨੂੰ ਸਮਝਣ ਵਾਸਤੇ, ਉਹਨਾਂ ਦੀ ਗੱਲ ਕਰਨ ਵਾਸਤੇ ਕੋਈ ਆਪਣੇ ਵਾਸਤੇ ਲੰਬਾ ਟਾਈਮ ਚਾਹੀਦਾ।